ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਥੋੜੀ ਦੇਰ ਦੇ ਵਿੱਚ ਲੁਧਿਆਣਾ ਕੋਰਟ 'ਚ ਕੀਤਾ ਜਾਵੇਗਾ ਪੇਸ਼। ਵਿਜੀਲੈਂਸ ਨੇ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਕੀਤਾ ਗ੍ਰਿਫਤਾਰ। ਆਸ਼ੂ ਤੇ ਪੀਏ ਦੇ ਜ਼ਰੀਏ ਰਿਸ਼ਵਤ ਲੈਣ ਦੇ ਇਲਜ਼ਾਮ। ਆਸ਼ੂ ਨੂੰ ਗ੍ਰਿਫਤਾਰ ਕਰਨ ਪਹੁੰਚੀ ਵਿਜੀਲੈਂਸ ਟੀਮ ਦਾ ਵਿਰੋਧ ਕਰਨ ਤੇ ਵੱਧ ਸਕਦੀਆਂ ਨੇ ਰਵਨੀਤ ਬਿੱਟੂ ਦੀਆਂ ਮੁਸ਼ਕਿਲਾਂ। ਵਿਜੀਲੈਂਸ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ। ਸਰਕਾਰੀ ਡਿਊਟੀ ਦੇ ਵਿੱਚ ਰੁਕਾਵਟ ਪਾਉਣ ਦਾ ਲਾਇਆ ਇਲਜ਼ਾਮ। ਆਸ਼ੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸ ਨੇ ਕੀਤਾ ਜੰਮ ਕੇ ਹੰਗਾਮਾ। ਵੜਿੰਗ ਬੋਲੇ, ਚੋਰਾਂ ਵਾਂਗ ਆਸ਼ੂ ਨੂੰ ਕੀਤਾ ਗਿਆ ਗ੍ਰਿਫਤਾਰ। ਵਿਜੀਲੈਂਸ ਦੇ ਕੋਲ ਨਹੀਂ ਕੋਈ ਸਬੂਤ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਜ਼ਮਾਨਤ ਤੇ ਅੱਜ ਹਾਈ ਕੋਰਟ ਦੇ ਵਿੱਚ ਹੋਏਗੀ ਸੁਣਵਾਈ। ਜੰਗਲਾਤ ਘੁਟਾਲੇ ਦੇ ਵਿੱਚ ਜੇਲ੍ਹ 'ਚ ਬੰਦ ਨੇ ਧਰਮਸੋਤ। ਜੀਐਨਡੀਯੂ ਤੱਕ ਪਹੁੰਚਿਆ ਵਿਜੀਲੈਂਸ ਵਿਭਾਗ। ਸੀਐਮ ਦੇ ਹੁਕਮਾਂ ਤੋਂ ਬਾਅਦ ਵੀਸੀ ਜਸਪਾਲ ਸੰਧੂ ਦੇ ਖਿਲਾਫ ਖੋਲੀ ਜਾਂਚ। ਟੀਚਰ ਐਸੋਸੀਏਸ਼ਨ ਨੇ ਕੀਤੀ ਸੀ ਸ਼ਿਕਾਇਤ। ਨਿਊਜ਼ 18 ਦੇ ਤੇ ਵੀਸੀ ਦਾ ਬਿਆਨ। ਬੋਲੇ, ਮੇਰੀ ਸਖਤਾਈ ਕਰਕੇ ਹੋ ਰਿਹਾ ਵਿਰੋਧ। ਕਰਪਸ਼ਨ ਕੇਸ ਦੇ ਵਿੱਚ ਗ੍ਰਿਫਤਾਰ ਆਈਏਐਸ ਸੰਜੇ ਪੋਪਲੀ ਦੀ ਹੋਰ ਵੱਧ ਸਕਦੀਆਂ ਨੇ ਮੁਸ਼ਕਿਲਾਂ। ਵਿਜੀਲੈਂਸ ਨੇ ਦਰਜ ਕੀਤਾ ਇੱਕ ਹੋਰ ਮਾਮਲਾ। ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਇਲਜ਼ਾਮ। ਦਵਿੰਦਰ ਬੱਬੀਹਾ ਗਰੁੱਪ ਨੇ ਫਿਰ ਦਿੱਤੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ। ਫੇਸਬੁੱਕ ਪੋਸਟ ਦੇ ਵਿੱਚ ਲਿਖਿਆ, ਜੱਗੂ ਲਾਰੈਂਸ ਤੇ ਗੋਲਡੀ ਬਰਾੜ ਦਾ ਸਾਥ ਦੇਣ ਵਾਲਿਆਂ ਨੂੰ ਚਾੜਾਂਗੇ ਗੱਡੀ। ਸਾਡੀ ਲਿਸਟ ਦੇ ਵਿੱਚ ਟੌਪ ਤੇ ਮਨਕੀ ਦਾ ਤੌਲਖ ਦਾ ਨਾਂ। ਅੰਮ੍ਰਿਤਸਰ ਆਈਡੀ ਮਾਮਲੇ ਦੇ ਵਿੱਚ ਚੌਥਾ ਮੁਲਜ਼ਮ ਗ੍ਰਿਫਤਾਰ। ਦਿੱਲੀ ਤੋਂ ਖੁਸ਼ਹਾਲ ਬੀਰ ਨੂੰ ਕੀਤਾ ਗਿਆ ਕਾਬੂ। ਪਹਿਲਾਂ ਤੋਂ ਫੜੇ ਹਰਪਾਲ ਤੇ ਰਜਿੰਦਰ ਬਾਊ ਦਾ ਕਰੀਬੀ। ਐਸਆਈਟੀ ਨਵੀਂ ਕਰੇਗੀ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਕਤਲ ਕੇਸ ਦੀ ਜਾਂਚ। ਪਤਨੀ ਦੀ ਪਟੀਸ਼ਨ ਤੇ ਹਾਈ ਕੋਰਟ ਨੇ ਦਿੱਤੇ ਆਦੇਸ਼। ਨਾਭਾ ਜੇਲ੍ਹ ਦੇ ਵਿੱਚ ਹੋਇਆ ਸੀ ਬਿੱਟੂ ਦਾ ਕਤਲ। ਬੇਅਦਬੀ ਕਾਂਡ ਦਾ ਮੁੱਖ ਮੁਲਜ਼ਮ ਸੀ ਬਿੱਟੂ। ਚੰਡੀਗੜ੍ਹ ਦੇ ਵਿੱਚ ਸ਼ਖਸ ਨੇ ਪਤਨੀ ਤੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਕੇ ਕੀਤੀ ਖੁਦਕੁਸ਼ੀ। ਦੋਹਾਂ ਦਾ ਕੁੱਟਿਆ ਗਲਾ, ਫਿਰ ਪੱਖੇ ਦੇ ਨਾਲ ਲਿਆ ਫਾਹਾ। ਪੁਲਿਸ ਨੂੰ ਨਹੀਂ ਮਿਲਿਆ ਕੋਈ ਸੁਸਾਈਡ ਨੋਟ। ਮੁੱਖ ਮੰਤਰੀ ਭਗਵੰਤ ਮਾਨ ਅੱਜ ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ। 4358 ਕਾਂਸਟੇਬਲਾਂ ਨੂੰ ਮਿਲਣਗੇ ਜੁਆਇਨਿੰਗ ਲੈਟਰ। ਚਾਈਨਾ ਨੇ ਭਾਰਤੀ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਤੇ ਲੱਗਿਆ ਬੈਨ ਹਟਾਇਆ। 2 ਸਾਲ ਬਾਅਦ ਹਜ਼ਾਰਾਂ ਵਿਦਿਆਰਥੀ ਦੁਬਾਰਾ ਸ਼ੁਰੂ ਕਰ ਸਕਣਗੇ ਆਪਣੀ ਪੜ੍ਹਾਈ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਨਾਲ ਗੁਰਜੋਤ ਸੰਧੂ। ਸਭ ਤੋਂ ਪਹਿਲਾਂ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਭਾਰਤ ਭੂਸ਼ਣ ਆਸ਼ੂ ਤੋਂ, ਸਾਬਕਾ ਮੰਤਰੀ ਤੋਂ। ਥੋੜੀ ਦੇਰ ਦੇ ਵਿੱਚ ਦੱਸਦੇ ਕਿ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ ਹੋਏਗੀ ਲੁਧਿਆਣਾ ਅਦਾਲਤ ਦੇ ਵਿੱਚ। ਉਹਨਾਂ ਨੂੰ ਪੇਸ਼ ਕੀਤਾ ਜਾਏਗਾ। ਵਿਜੀਲੈਂਸ ਦੇ ਵੱਲੋਂ ਬੀਤੇ ਦਿਨ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਔਰ ਕਿਹਨਾਂ ਹਾਲਾਤ 'ਚ ਗ੍ਰਿਫਤਾਰ ਕੀਤਾ ਗਿਆ ਉਹ ਸਾਰੀਆਂ ਤਸਵੀਰਾਂ ਲਗਾਤਾਰ ਨਿਊਜ਼ 18 ਪੰਜਾਬ ਤੁਹਾਡੇ ਤੱਕ ਪਹੁੰਚਾ ਰਿਹਾ ਕਿ ਕੀ ਕੁਝ ਹੰਗਾਮਾ ਜ਼ਬਰਦਸਤ ਬੀਤੇ ਦਿਨ ਵੇਖਣ ਨੂੰ ਮਿਲਿਆ। ਤਾਂ ਅੱਜ ਪੇਸ਼ੀ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ। ਥੋੜੀ ਦੇਰ ਦੇ ਵਿੱਚ ਪੇਸ਼ੀ ਹੋਏਗੀ। ਕੱਲ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਸੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲਾ ਹੈ ਜਿਸ ਦੇ ਇਲਜ਼ਾਮ ਨੇ ਭਾਰਤ ਭੂਸ਼ਣ ਆਸ਼ੂ ਤੇ, ਜਿਸ ਤੇ ਇਹ ਗ੍ਰਿਫਤਾਰੀ ਹੋਈ ਹੈ ਜਿਸ ਮਾਮਲੇ ਦੇ ਵਿੱਚ ਆਸ਼ੂ ਤੇ ਪੀਏ ਤੇ ਦੱਸੀਏ ਕਿ ਜ਼ਰੀਏ ਰਿਸ਼ਵਤ ਲੈਣ ਦੇ ਇਲਜ਼ਾਮ ਨੇ। 2000 ਕਰੋੜ ਦੇ ਘੁਟਾਲੇ ਦਾ ਅਨੁਮਾਨ ਹੈ। ਇਹ ਅਨੁਮਾਨ ਹੈ ਕਿ ਇੰਨਾ ਘੁਟਾਲਾ ਕੀਤਾ ਗਿਆ। ਕੰਟਰੈਕਟਰ ਤੇਲੂ ਰਾਮ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਜਿਹੜੀ ਹੈ ਉਹ ਕੀਤੀ ਗਈ ਹੈ। ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਰਚਨ ਦੇ ਇਲਜ਼ਾਮ ਨੇ। ਇਸ ਤੋਂ ਇਲਾਵਾ ਐਫਆਈਆਰ ਦੇ ਵਿੱਚ ਦੱਸੀ ਕਿ 420 ਔਰ 120 ਦੇ ਤੇ ਪ੍ਰੀਵੈਂਸ਼ਨ ਆਫ ਕਰਪਟ ਐਕਟ ਦੀਆਂ ਧਾਰਾਵਾਂ ਸ਼ਾਮਿਲ ਨੇ। ਯਾਨੀ ਕਿ ਜਿਹੜਾ ਮਾਮਲਾ ਦਰਜ ਹੋਇਆ ਹੈ, ਜਿਹੜੀ ਐਫਆਈਆਰ ਦਰਜ ਹੋਈ ਹੈ ਤਾਂ ਉਸ ਦੇ ਵਿੱਚ ਧਾਰਾਵਾਂ ਜਿਹੜੀਆਂ ਨੇ ਉਹ ਲਗਾਈਆਂ ਗਈਆਂ ਨੇ। 420 ਦੀ ਧਾਰਾ ਔਰ 120 ਤੇ ਪ੍ਰੀਵੈਂਸ਼ਨ ਆਫ ਕਰਪਟ ਐਕਟ ਦੀਆਂ ਧਾਰਾਵਾਂ ਜਿਹੜੀਆਂ ਨੇ ਉਸ ਦੇ ਵਿੱਚ ਸ਼ਾਮਿਲ ਨੇ। ਤਾਂ ਇਹ ਤਸਵੀਰਾਂ ਅਸੀਂ ਲਗਾਤਾਰ ਪਹੁੰਚਾ ਰਹੇ ਹਾਂ ਕਿ ਆਖਰਕਾਰ ਜਿਸ ਵੇਲੇ ਇਹ ਗ੍ਰਿਫਤਾਰੀ ਹੋਈ ਹੈ ਕਿਸ ਤਰ੍ਹਾਂ ਦੇ ਨਾਲ ਸੈਲੂਨ ਦੇ ਵਿੱਚ ਇਹ ਹੰਗਾਮਾ ਹੋਇਆ ਸਾਰਾ। ਰਵਨੀਤ ਬਿੱਟੂ ਦੇ ਵੱਲੋਂ ਕਿਸ ਤਰ੍ਹਾਂ ਦੇ ਨਾਲ ਸਟੈਂਡ ਲਿਆ ਗਿਆ ਔਰ ਕਾਗਜ਼ਾਤ ਮੰਗੇ ਗਏ। ਤਾਂ ਦੂਜੀ ਤਸਵੀਰ ਹੈ ਉਸ ਤੋਂ ਥੋੜੀ ਦੇਰ ਬਾਅਦ ਹੀ ਜਦੋਂ ਗ੍ਰਿਫਤਾਰੀ ਹੋ ਗਈ ਸੀ ਵਿਜੀਲੈਂਸ ਜਦੋਂ ਲੈ ਕੇ ਆਈ ਹੈ ਭਾਰਤ ਭੂਸ਼ਣ ਆਸ਼ੂ ਨੂੰ ਦਫ਼ਤਰ ਦੇ ਵਿੱਚ, ਪਰ ਵਰਕਰਾਂ ਨੇ ਪਹਿਲਾਂ ਹੀ ਗੇਟ ਤੇ ਹੰਗਾਮਾ ਕਰ ਦਿੱਤਾ, ਪ੍ਰਦਰਸ਼ਨ ਧਰਨਾ ਲਗਾ ਦਿੱਤਾ। ਤਾਂ ਉਸ ਤੋਂ ਬਾਅਦ ਪਿਛਲੇ ਗੇਟ ਤੋਂ ਐਂਟਰੀ ਹੋਈ ਹੈ ਜਿਹੜੇ ਅਧਿਕਾਰੀ ਸੀਗੇ, ਅਫਸਰ ਸੀਗੇ ਵਿਜੀਲੈਂਸ ਦੇ, ਤਾਂ ਉਹਨਾਂ ਦੀ। ਤਾਂ ਇਹ ਸਾਰਾ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਔਰ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ। ਤਾਂ ਥੋੜੀ ਦੇਰ ਦੇ ਵਿੱਚ ਦੱਸ ਦਈਏ ਕਿ ਪੇਸ਼ੀ ਹੋਣੀ ਹੈ ਔਰ ਸਿੱਧਾ ਚੱਲਦੇ ਹਾਂ ਲੁਧਿਆਣਾ। ਮੇਰੇ ਸਹਿਯੋਗੀ ਨਪਿੰਦਰ ਬਰਾੜ ਨੇ ਲਾਈਵ ਜੁੜੇ ਨੇ ਅਪਡੇਟ ਦੇ ਲਈ ਔਰ ਅੱਜ ਦੀ ਇਹ ਤਾਜ਼ਾ ਤਸਵੀਰ ਦਿਖਾਉਣ ਦੇ ਲਈ। ਨਪਿੰਦਰ, ਹਾਲੀ ਦੀ ਅਪਡੇਟ ਕੀ ਕੁਝ ਜਾਣਕਾਰੀ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਤੋਂ ਬਾਅਦ?
देखो बिल्कुल भारत भूषण आशू की गिरफ्तारी तो बाद क्योंकि जिस तरह की कानूनी प्रक्रिया उसनू पूरा किया जाना सब तो पहला उन्होंने मैडिकल तो बाद जो है कोर्ट में पेश किया जाना ताकि भारत भूषण आशू का रिमांड लिया जा सके क्योंकि जी पुछगिछ करनी है कानूनी तौर पर उन्होंने जो गिरफ्तारी पाई जा चुकी है गिरफ्तारी तो बाद कोर्ट के पेश करना लाजमी है तो कोर्ट के पेश करने तो पहला मैडिकल होना लाजमी है मैडिकल करवा के उन्होंने कोर्ट में पेश किया जाना उत्थे जाके विजिलेंस है जी पूरी जानकारी देगी और जाके रिमांड की मांग करेगी कि किस तरह ਕਿਹੜਾ ਪਰਚਾ ਦਰਜ ਹੋਇਆ ਤੇ ਕਿਹੜੀਆਂ ਧਾਰਾਵਾਂ ਦੇ ਵਿੱਚ ਕਿਹੜੀ ਪੁੱਛਗਿੱਛ ਹੈ ਜਿਹੜੀ ਉਹ ਭਾਰਤ ਭੂਸ਼ਣ ਆਸ਼ੂ ਹੋਰਾਂ ਤੋਂ ਕਰਨੀ ਬਣਦੀ ਹੈ ਤਾਂ ਕਿ ਇਸ ਕੇਸ ਨੂੰ ਜਿਹੜਾ ਹੈਗਾ ਜਾਂਚ ਨੂੰ ਅੱਗੇ ਵਧਾਇਆ ਜਾ ਸਕੇ ਕਿਉਂਕਿ ਬੇਸ਼ੱਕ ਇਹ ਪਰਚਾ ਦਰਜ ਹੋਏ ਨੂੰ ਕਾਫੀ ਦਿਨ ਹੋ ਗਏ ਸੀ ਪਰ ਭਾਰਤ ਭੂਸ਼ਣ ਆਸ਼ੂ ਦੇ ਨਾਮ ਨੂੰ ਲੈ ਕੇ ਲਗਾਤਾਰ ਚਰਚਾ ਸੀ ਕੱਲ ਦੁਪਹਿਰ ਤੱਕ ਜਿਹੜਾ ਹੈਗਾ ਭਾਰਤ ਭੂਸ਼ਣ ਆਸ਼ੂ ਦਾ ਨਾਮ ਜਿਹੜਾ ਉਹ FIR ਦੇ ਵਿੱਚ ਨਹੀਂ ਸੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਬੇਸ਼ੱਕ ਚਰਚਾ ਪਹਿਲਾਂ ਵੀ ਆ ਗਈ ਸੀ ਪਰ ਕੱਲ ਜਦੋਂ ਸ਼ਾਮ ਦਾ ਵੇਲਾ ਹੋਇਆ ਤਾਂ ਭਾਰਤ ਭੂਸ਼ਣ ਆਸ਼ੂ ਨੂੰ ਨਾਮਜ਼ਦ ਕਰ ਲਿਆ ਗਿਆ ਔਰ गिरफ्तार करने तो बाद एक सलून तो गिरफ्तारी जिस तरह दिखाई गई कि किस तरह गिरफ्तारी हुई उस गिरफ्तारी तो बाद पिछे जो विजिलेंस का दफ्तर तुम लुधियाना रेंज का देख रहे हो ਇੱਥੇ ਲਿਆ ਕੇ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਰੱਖਿਆ ਗਿਆ ਇਸ ਵੇਲੇ ਇਸੇ ਦਫ਼ਤਰ ਦੇ ਅੰਦਰ ਮੌਜੂਦ ਨੇ ਭਾਰਤ ਭੂਸ਼ਣ ਆਸ਼ੂ ਸਾਬਕਾ ਮੰਤਰੀ ਨੇ ਔਰ ਇਸੇ ਲੁਧਿਆਣਾ ਤੋਂ ਸਾਬਕਾ ਮੰਤਰੀ ਰਹੇ ਨੇ ਇਸੇ ਲੁਧਿਆਣਾ ਦੇ ਵਿੱਚ ਉਹਨਾਂ ਦੀ ਸਿਆਸਤ ਆ ਜਿਹੜੀ ਉਹ ਚਮਕਦੀ ਰਹੀ ਔਰ ਅੱਜ ਲੁਧਿਆਣਾ ਦੇ ਵਿਜੀਲੈਂਸ ਬਿਊਰੋ ਦੇ ਇਸ ਦਫ਼ਤਰ ਦੇ ਅੰਦਰ ਭਾਰਤ ਭੂਸ਼ਣ ਆਸ਼ੂ ਰੱਖੇ ਗਏ ਨੇ गिरफ्तारी ਤੋਂ ਬਾਅਦ ਹਾਲਾਂਕਿ ਕੱਲ ਸ਼ਾਮ ਤੋਂ ਹੀ ਜਿਹੜਾ ਹੈਗਾ ਦੇਰ ਰਾਤ ਤੱਕ ਇੱਥੇ ਖੂਬ ਹੰਗਾਮਾ ਹੁੰਦਾ ਰਿਹਾ ਕਿਉਂਕਿ ਉਹਨਾਂ ਜਿਹੜੇ ਸਮਰਥਕ ਨੇ ਉਹ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋ ਗਏ ਸੀ ਬਾਅਦ ਦੇ ਵਿੱਚ ਰਾਜਾ ਵੜਿੰਗ ਪਹੁੰਚਦੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਔਰ ਉਹ ਆ ਕੇ ਕਿਤੇ ਨਾ ਕਿਤੇ ਧਰਨਾਕਾਰੀਆਂ ਨੂੰ ਇੱਥੋਂ ਹਟਾ ਵੀ ਦਿੰਦੇ ਨੇ ਕਿਉਂਕਿ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਜੇਕਰ ਇੱਥੇ ਕਿਸੇ ਕਿਸਮ ਦਾ ਪ੍ਰੋਟੈਸਟ ਹੈ ਜਿਹੜਾ ਉਹ ਜਾਰੀ ਰਹੇਗਾ ਇੱਥੇ ਅਗਰ ਇਸ ਤਰ੍ਹਾਂ ਦੀ ਚੀਜ਼ ਚੱਲਦੀ ਰਹੇਗੀ ਤਾਂ ਉਸ ਦਾ ਮੈਸੇਜ ਇਹ ਜਾਏਗਾ ਜਿਸ ਤਰ੍ਹਾਂ ਵਿਰੋਧੀ ਧਿਰ ਪਹਿਲਾਂ ਹੀ ਕਹਿ ਰਹੀ ਹੈ ਵਿਰੋਧੀ ਧਿਰ ਨੇ ਜਿਸ ਤਰ੍ਹਾਂ ਪਹਿਲਾਂ ਹੀ ਸਾਫ਼ ਤੌਰ ਤੇ ਕਿਹਾ ਕਿ ਵਿਰੋਧੀ ਧਿਰ ਮਤਲਬ ਸੱਤਾ ਧਿਰ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਕਾਂਗਰਸ ਜਿਹੜੀ ਉਹ ਜਾਂਚ ਨੂੰ ਪ੍ਰਭਾਵਿਤ ਕਰਨਾ ਚਾਹੁੰਦੀ ਹੈ ਇਸ ਕਰਕੇ ਇਸ ਤਰ੍ਹਾਂ ਦੇ ਪ੍ਰੋਟੈਸਟ ਕਿਉਂਕਿ ਕੱਲ ਵੀ ਜਦੋਂ ਵਿਜੀਲੈਂਸ ਦਫ਼ਤਰ ਦਾ ਘਿਰਾਓ ਕਰਨ ਦੇ ਲਈ ਮੁਹਾਲੀ ਪਹੁੰਚੀ ਸੀ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਸਾਰੇ ਦੇ ਸਾਰੇ ਮੌਜੂਦਾ ਵਿਧਾਇਕ ਸਾਬਕਾ ਮੰਤਰੀ ਜਿਹੜੇ ਨੇ ਉਹ ਸਾਰੇ ਪਹੁੰਚੇ ਸੀ ਤਾਂ ਉਸ ਵੇਲੇ ਵੀ ਕਿਹਾ ਜਾ ਰਿਹਾ ਸੀ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਕਰਕੇ ਰਾਜਾ ਵੜਿੰਗ ਕਿਤੇ ਨਾ ਕਿਤੇ ਕਹਿ ਦਈਏ ਕਿ ਰਾਜਾ ਵੜਿੰਗ ਨੇ ਉਹੀ ਇੱਥੇ ਆ ਕੇ ਗੱਲ ਕੀਤੀ ਕਿ ਇਸ ਦਾ ਮੈਸੇਜ ਇਹੀ ਜਾਏਗਾ ਕਿ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਜਾਂਚ ਦੇ ਵਿੱਚ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਪਰਚਾ ਦਰਜ ਹੋ ਗਿਆ ਗ੍ਰਿਫਤਾਰੀ ਹੋਗੀ ਹੁਣ ਚਾਹੇ ਬਾਹਰ ਜਿੰਨਾ ਮਰਜ਼ੀ ਪ੍ਰਦਰਸ਼ਨ ਕਰ ਲੈਂਦੇ ਉਹਦਾ ਕੋਈ ਇਸ ਕੇਸ ਤੇ ਅਸਰ ਪੈਣ ਵਾਲਾ ਨਹੀਂ ਸੀ ਕਿਉਂਕਿ ਮਾਮਲਾ ਕਾਨੂੰਨੀ ਹੋ ਚੁੱਕਿਆ ਹੁਣ ਇੱਥੋਂ ਤੁਹਾਨੂੰ ਕੋਰਟ ਭੇਜਿਆ ਜਾਏਗਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤੁਹਾਡਾ ਉੱਥੇ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਵਿਜੀਲੈਂਸ ਕਿੰਨਾ ਰਿਮਾਂਡ ਮਿਲਦਾ ਕਿੰਨੇ ਦਿਨ ਪੁੱਛਗਿੱਛ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਕਿੰਨੇ ਦਿਨ ਰਿਮਾਂਡ ਪੂਰਾ ਹੋਣ ਤੋਂ ਬਾਅਦ ਪੁੱਛਗਿੱਛ ਪੂਰੀ ਹੋਣ ਤੋਂ ਬਾਅਦ ਅੱਗੇ ਕੀ ਕੁਝ ਨਿਕਲ ਕੇ ਆਉਂਦਾ ਕਿਸ ਤਰ੍ਹਾਂ ਤੱਥ ਨਿਕਲ ਕੇ ਆਉਂਦੇ ਨੇ ਔਰ ਉਸ ਤੋਂ ਬਾਅਦ ਜੇਲ੍ਹ ਦਾ ਰਸਤਾ ਜਿਹੜਾ ਹੈਗਾ ਉਹ ਸਪਸ਼ਟ ਹੈ ਕਿ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਹੁਣ ਅਦਾਲਤ ਤੋਂ ਜਿਹੜੀ ਹੈਗੀ ਜ਼ਮਾਨਤ ਲੈਣੀ ਪਏਗੀ ਇੱਥੇ ਬਾਹਰ ਜਿੰਨੇ ਮਰਜ਼ੀ ਪ੍ਰਦਰਸ਼ਨ ਹੋਣ ਜਿੰਨਾ ਮਰਜ਼ੀ ਵਿਰੋਧ ਕੀਤਾ ਜਾਵੇ ਪਰ ਕਿਉਂਕਿ ਕਾਨੂੰਨੀ ਪ੍ਰਕਿਰਿਆ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਆ ਕਾਨੂੰਨੀ ਤੌਰ ਤੇ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਤਾਂ ਇਸ ਕਰਕੇ ਹੁਣ ਸਿਵਾਏ ਅਦਾਲਤ ਤੋਂ ਕੋਈ ਰਾਹਤ ਮਿਲਣ ਤੋਂ ਇਸ ਵੇਲੇ ਭਾਰਤ ਭੂਸ਼ਣ ਆਸ਼ੂ ਹੋਰਾਂ ਦੇ ਕੋਲੇ ਹੋਰ ਕੋਈ ਰਸਤਾ ਨਹੀਂ ਬਚਦਾ ਜੀ जी बिल्कुल नपिंदर सारी कानूनी प्रक्रिया के मुताबिक ये कार्रवाई जी अगे होनी है पर यह जरूर जानकारी तुहाडे तो चाहुंदे हां कि अज दा कांग्रेस दा की प्रोग्राम रहेगा इस ते जरूर नजरां टिकियां ने हालांकि कल उन्होंने कह दिता सी कि असीं कल नूं दस्सांगे और यह भी कहा सी कि सूबे दे विच प्रदर्शन होणगे यानी कि यह सब दीयां नजरां जरूर टिकियां ने कि अज किस तरह दे नाल एक वखरे तौर ते कह सकदे हां सुनेहा देण दी या फिर अपनी खिलाफत पेश करन दी कोशिश कांग्रेस दे वल्लों कीती जाएगी नपिंदर नपिंदर मेरी आवाज पहुंच रही है थोड़े तक ठीक है उन्होंने नाल जरूर संपर्क करके ये सवाल अहम है कि आखिरकार कांग्रेस अज किस तरह दे नाल अज प्रदर्शन करेगी कि सड़कों ते उतरा जाएगा पुतले फूके जाएंगे नारेबाजी होएगी या फिर होर किसी वखरे तरीके दे नाल उन्हां दे वल्लों अज खिलाफत की जाएगी क्योंकि कल
ਜਿਹੜੀ ਜਾਣਕਾਰੀ ਸਾਡੇ ਕੋਲ ਆ ਰਹੀ ਹੈ ਹੁਣ ਭਾਰਤ ਭੂਸ਼ਣ ਆਸ਼ੂ ਨੂੰ ਕਿਉਂਕਿ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਦੱਸਿਆ ਜਾ ਰਿਹਾ ਹੈ ਕਿ ਜਲਦੀ ਜਿਹੜਾ ਹੈਗਾ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਜਿਹੜਾ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਕਿਉਂਕਿ ਟਾਈਮਲੀ ਚਾਹੁੰਦੀ ਹੈ ਵਿਜੀਲੈਂਸ ਕਿ ਉਹਨਾਂ ਨੂੰ ਪੇਸ਼ ਕਰ ਦਿੱਤਾ ਜਾਵੇ ਤਾਂ ਕਿ ਇਹ ਨਾ ਹੋਵੇ ਕਿ ਬਾਹਰ ਵੱਡੀ ਗਿਣਤੀ ਦੇ ਵਿੱਚ ਕਿਤੇ ਸਮਰਥਕ ਜਿਹੜੇ ਉਹ ਇਕੱਠੇ ਹੋ ਜਾਣ ਕਿਉਂਕਿ ਜਿਸ ਤਰ੍ਹਾਂ ਕੱਲ ਦੇਖਣ ਨੂੰ ਮਿਲਿਆ ਤਾਂ ਫਿਰ ਕਿਸੇ ਕਿਸੇ ਵੀ ਦਿੱਕਤ ਹੋ ਸਕਦੀ ਹੈ ਤਾਂ ਵਿਜੀਲੈਂਸ ਦੀ ਕੋਸ਼ਿਸ਼ ਇਹੀ ਰਹੇਗੀ ਕਿ ਟਾਈਮਲੀ ਭਾਰਤ ਭੂਸ਼ਣ ਆਸ਼ੂ ਹੋਰਾਂ ਦਾ ਮੈਡੀਕਲ ਕਰਾਉਣ ਤੋਂ ਬਾਅਦ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਜਾਵੇ ਔਰ ਅੱਗੇ ਦੀ ਜਿਹੜੀ ਪ੍ਰਕਿਰਿਆ ਉਸ ਨੂੰ ਪੂਰਾ ਕੀਤਾ ਜਾਵੇ ਔਰ ਇੱਥੋਂ ਜਿਹੜੀ ਹੈ ਡਿਸਟ੍ਰਿਕਟ ਕੋਰਟ ਆ ਉਹ ਵੀ ਕੋਈ ਜ਼ਿਆਦਾ ਦੂਰ ਨਹੀਂ ਹੈ ਤਾਂ ਹੁਣ ਲੱਗਦਾ ਹੈ ਕਿ ਵਿਜੀਲੈਂਸ ਇਸ ਪਾਸੇ ਤਿਆਰੀ ਕਰ ਰਹੀ ਹੋਵੇਗੀ ਕਿ ਕਿੰਨੀ ਜਲਦੀ ਜਿਹੜਾ ਹੈਗਾ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇ ਉਹਨਾਂ ਦੇ ਜਿਹੜੇ ਕਿਉਂਕਿ ਕਾਨੂੰਨੀ ਤੌਰ ਤੇ ਕੁਝ ਕਾਗਜ਼ੀ ਕਾਰਵਾਈ ਜਿਹੜੀ ਹੈ ਉਹ ਕਰਨੀ ਹੁੰਦੀ ਹੈ ਤਾਂ ਲੱਗਦਾ ਹੈ ਕਿ ਉਹ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਪੂਰੀ ਕੀਤੀ ਜਾ ਰਹੀ ਹੋਵੇਗੀ ਤਾਂ ਕਿ ਭਾਰਤ ਭੂਸ਼ਣ ਆਸ਼ੂ ਹੋਰਾਂ ਨੂੰ ਲਿਜਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਸਕੇ ਔਰ ਅਦਾਲਤ ਦੇ ਵਿੱਚ ਜਾ ਕੇ ਸਾਰੇ ਤੱਥ ਜਿਹੜੇ ਉਹ ਪੇਸ਼ ਕੀਤੇ ਜਾਣ ਔਰ ਉਹਨਾਂ ਤੱਥਾਂ ਦੇ ਆਧਾਰ ਤੇ ਰਿਮਾਂਡ ਮੰਗਿਆ ਜਾਵੇਗਾ ਤੇ ਅਦਾਲਤ ਵਿਜੀਲੈਂਸ ਦੇ ਦਾਅਵਿਆਂ ਵਿਜੀਲੈਂਸ ਦੇ ਤੱਥਾਂ ਨਾਲ ਵਿਜੀਲੈਂਸ ਦੇ ਤਰਕਾਂ ਦੇ ਨਾਲ ਕਿੰਨੀ ਕੁ ਸਹਿਮਤ ਹੁੰਦੀ ਹੈ ਔਰ ਕਿੰਨਾ ਰਿਮਾਂਡ ਹੈ ਜਿਹੜਾ ਉਹ ਵਿਜੀਲੈਂਸ ਨੂੰ ਮਿਲਦਾ ਉਹ ਦੇਖਣਾ ਹੋਵੇਗਾ ਜੀ। ਵਿਜੀਲੈਂਸ ਦਫ਼ਤਰ ਦੇ ਮੋਹਰੇ ਮੌਜੂਦ ਸੀਗੇ ਨਪਿੰਦਰ ਬਰਾੜ ਜਿਨ੍ਹਾਂ ਦੇ ਵੱਲੋਂ ਸਾਰੀ ਜਾਣਕਾਰੀ ਜਿਹੜੀ ਹੈ ਦਿੱਤੀ ਗਈ ਹੈ ਕਿ ਆਖਰਕਾਰ ਕਿਸ ਤਰ੍ਹਾਂ ਦੇ ਨਾਲ ਕੀ ਕੁਝ ਜਿਹੜੀ ਟਾਈਮਿੰਗ ਦੱਸੀ ਜਾ ਰਹੀ ਹੈ ਥੋੜੀ ਦੇਰ ਦੇ ਵਿੱਚ ਕਿਹਾ ਜਾ ਰਿਹਾ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ ਉਸ ਤੋਂ ਪਹਿਲਾਂ ਮੈਡੀਕਲ ਹੋਏਗਾ ਸੁਭਾਵਿਕ ਤੌਰ ਤੇ ਪ੍ਰਕਿਰਿਆ ਦੇ ਮੁਤਾਬਿਕ ਉਸ ਤੋਂ ਬਾਅਦ ਰਿਮਾਂਡ ਵੀ ਮੰਗਿਆ ਜਾ ਸਕਦਾ ਹੈ ਰਿਮਾਂਡ ਮੰਗਿਆ ਜਾ ਸਕਦਾ ਹੈ ਔਰ ਉਸ ਤੋਂ ਵਿੱਚ ਉਸ ਦੀ ਪੁੱਛਗਿੱਛ ਜਿਹੜੀ ਹੋਏਗੀ ਜੋ ਇਲਜ਼ਾਮਾਤ ਲੱਗੇ ਨੇ ਹਾਲਾਂਕਿ ਇਹ ਲਗਾਤਾਰ ਕਾਂਗਰਸ ਦਾ ਇਲਜ਼ਾਮ ਹੈ ਕਿ ਕੋਈ ਵੀ ਇਲਜ਼ਾਮ ਨਹੀਂ ਹੈਗੇ ਕਿਸੇ ਤਰ੍ਹਾਂ ਦੇ ਕੋਈ ਸਬੂਤ ਨਹੀਂ ਹੈਗੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਔਰ ਅਜਿਹੀ ਦੇ ਵਿੱਚ ਜਿਹੜੀ ਗ੍ਰਿਫਤਾਰੀ ਹੈ ਤਾਂ ਇਸ ਕਰਕੇ ਗਲਤ ਉਹਨਾਂ ਦੇ ਵੱਲੋਂ ਕਰਾਰ ਦਿੱਤੀ ਜਾ ਰਹੀ ਹੈ। ਤਾਂ ਉਧਰ ਰਵਨੀਤ ਬਿੱਟੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਵਿਜੀਲੈਂਸ ਨੇ ਬਿੱਟੂ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਹੈ ਸ਼ਿਕਾਇਤ ਦਿੱਤੀ ਹੈ ਵਿਜੀਲੈਂਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਉਣ ਨੂੰ ਲੈ ਕੇ ਸ਼ਿਕਾਇਤ ਦਿੱਤੀ ਗਈ ਹੈ ਬਿੱਟੂ ਨੇ ਆਸ਼ੂ ਦੀ ਗ੍ਰਿਫਤਾਰੀ ਦਾ ਵਿਰੋਧ ਕੀਤਾ ਸੀ ਔਰ ਕਾਫੀ ਦੇਰ ਤੱਕ ਵਿਜੀਲੈਂਸ ਦੀ ਟੀਮ ਦੇ ਨਾਲ ਬਹਿਸਬਾਜ਼ੀ ਵੀ ਕਰਦੇ ਹੋਏ ਨਜ਼ਰ ਆਏ ਸਨ ਔਰ ਕਿਸ ਤਰ੍ਹਾਂ ਦੇ ਨਾਲ ਉਹ ਗੱਲਬਾਤ ਕਰ ਰਹੇ ਸੀ ਬਾਡੀ ਲੈਂਗੁਏਜ ਦਾ ਜ਼ਿਕਰ ਕੀਤਾ ਜਾਵੇ ਉਹਨਾਂ ਦੇ ਸ਼ਬਦਾਂ ਦਾ ਜ਼ਿਕਰ ਕੀਤਾ ਜਾਵੇ ਜਿਸ ਤਰ੍ਹਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਸੋ ਸਭ ਨੇ ਵੇਖਿਆ ਉਹ ਵੀਡੀਓ ਜਿਹੜਾ 7 ਤੋਂ 8 ਮਿੰਟ ਦਾ ਸੀ ਵੀਡੀਓ ਕਹਿ ਸਕਦੇ ਹਾਂ ਸਾਹਮਣੇ ਆਇਆ ਜੋ ਖੁਦ ਰਵਨੀਤ ਬਿੱਟੂ ਕਹਿ ਰਹੇ ਸੀ ਕਿ ਬਣਾਇਆ ਜਾਵੇ ਮੌਕਾ ਦਿਖਾਇਆ ਜਾਵੇ ਆਸ਼ੂ ਜੀ ਨੂੰ ਦਿਖਾਇਆ ਜਾਵੇ ਉਸ ਤੋਂ ਬਾਅਦ ਇਹ ਵੀ ਉਹ ਕਹਿੰਦੇ ਹੋਏ ਨਜ਼ਰ ਆਏ ਸੀ ਕਿ ਮੇਰੀ ਗੱਡੀ ਦੇ ਵਿੱਚ ਹੀ ਜਾਵਾਂਗੇ ਵਿਜੀਲੈਂਸ ਦੀ ਗੱਡੀ ਦੇ ਵਿੱਚ ਆਸ਼ੂ ਨਹੀਂ ਜਾਣਗੇ ਜੇਕਰ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ ਕਾਗਜ਼ਾਤ ਮੰਗੇ ਜਾ ਰਹੇ ਸੀ ਰਵਨੀਤ ਬਿੱਟੂ ਦੇ ਵੱਲੋਂ ਆਈਡੀ ਕਾਰਡ ਤੱਕ ਮੰਗਿਆ ਗਿਆ ਵਿਜੀਲੈਂਸ ਦੇ ਅਧਿਕਾਰੀਆਂ ਤੋਂ ਉਹਨਾਂ ਨੂੰ ਕਿਹਾ ਗਿਆ ਕਿ ਇਹ ਕੋਈ ਪ੍ਰਕਿਰਿਆ ਨਹੀਂ ਹੈ ਤੁਸੀਂ ਕਿਸ ਬਲਬੂਤੇ ਤੇ ਗ੍ਰਿਫਤਾਰੀ ਕਰਨ ਆਏ ਹੋ ਜਾਂ ਚੱਕਣ ਆਏ ਹੋ ਆਸ਼ੂ ਜੀ ਨੂੰ ਤਾਂ ਉਹਨਾਂ ਨੇ ਲਗਾਤਾਰ ਇਹ ਜਿਹੜਾ ਵਿਰੋਧ ਹੈ ਕਹਿ ਸਕਦੇ ਆ ਕੀਤਾ ਗਿਆ ਔਰ ਗ੍ਰਿਫਤਾਰੀ ਦਾ ਵਿਰੋਧ ਕਰਦੇ ਹੋਏ ਰਵਨੀਤ ਬਿੱਟੂ ਨਜ਼ਰ ਆਏ ਸਨ ਜਿਸ ਤੋਂ ਬਾਅਦ ਹੁਣ ਇਹ ਮੁਸ਼ਕਿਲਾਂ ਵੱਧ ਸਕਦੀਆਂ ਨੇ। ਸਰ ਆਉਂਦੇ ਪੇਪਰ ਆਉਂਦੇ ਆ ਕੋਈ ਪੇਪਰ ਬਣਾ ਰਹੇ ਹੁਣ ਬਣੇ ਹੋਏ ਆ ਫਿਰ ਕਿੱਥੇ ਗੱਡੀਆਂ 'ਚ ਹੈ ਨਹੀਂ ਆ ਲੈਣ ਗਏ ਆ ਪਿੱਛੋਂ ਪਿੱਛੇ ਯਾਰ ਕਮਾਲ ਆ ਕੋਈ ਰੱਦੀ ਆ ਲੱਭ ਰਹੇ ਹੋ ਜਾਮ 'ਚ ਫਸ ਜਾਂਦੀ ਕੋਈ ਨਹੀਂ ਆਉਂਦੇ ਆ ਪੇਪਰ ਆ ਜਾਂਦੇ ਆ ਤੁਸੀਂ ਮਾੜੇ ਬੰਦੇ ਹੋ ਜ਼ਿੰਮੇਵਾਰ ਬੰਦੇ ਆ ਛੱਡੋ ਯਾਰ ਤੁਸੀਂ ਕਹਿੰਦਾ ਕੋਈ ਕਹਿੰਦਾ ਮੈਂ ਵੋਟ ਪਾਉਣਾ ਤੁਹਾਨੂੰ ਕੋਈ ਕਹਿੰਦਾ ਮੈਂ ਜ਼ਿੰਮੇਵਾਰ ਬੰਦਾ ਮੈਂ ਤੁਹਾਨੂੰ ਇਹ ਕਿਹਾ ਮੈਂ ਤੁਹਾਨੂੰ ਜਾਣਦਾ ਨਹੀਂ ਸਰ ਵੋਟ ਨਹੀਂ ਮੈਂ ਤੁਹਾਨੂੰ ਕਹੀ ਜਾਣਦੇ ਤੁਸੀਂ ਸਾਰੇ ਹੀ ਹੁੰਦੇ ਹੋ ਪਹਿਲਾਂ ਨਹੀਂ ਮੈਂ ਜਦੋਂ ਸਰਕਾਰਾਂ ਬਦਲਦੀਆਂ ਤੁਸੀਂ ਭੁੱਲ ਜਾਂਦੇ ਹੋ ਉਹ ਨਹੀਂ ਭੁੱਲਣ ਦੀ ਗੱਲ ਇਹ ਹੈ ਜੀ ਤੁਸੀਂ ਜਾਲੀ ਨਾ ਕਰਦੇ ਮੰਨ ਕੇ ਕਦੇ ਕੁਛ ਆ ਕੇ ਤੁਸੀਂ ਕੰਮ ਕਰਦੇ ਹੋ ਕਿ ਮੈਂ ਪਰਸਨਲ ਲਾਈਫ ਸਰ ਇਹਦੇ ਬਾਰੇ ਪਰਸਨਲ ਕਿਵੇਂ ਲਾਈਫ ਤੇਰੀ ਡਿਊਟੀ ਤੇ ਤੂੰ ਜਦੋਂ ਮੇਰੀ ਪਰਸਨਲ ਲਾਈਫ ਕਿਹੜੀ ਹੋ ਗਈ ਸਰ ਪਰਸਨਲ ਲਾਈਫ ਨਹੀਂ ਯੂ ਆਰ ਔਨ ਜੌਬ ਤੂੰ ਡਿਊਟੀ ਤੇ ਆ ਤੇਰੀ ਪਰਸਨਲ ਲਾਈਫ ਕਿਵੇਂ ਹੋਗੀ ਪਰਸਨਲ ਲਾਈਫ ਤੇਰੀ ਇਹ ਅਸਲ ਇੱਕ ਜਾਂ ਤੂੰ ਡਿਊਟੀ ਤੇ ਜਾਂ ਪਰਸਨਲ ਤੇ ਇਹਦਾ ਦੱਸ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਆਇਆ ਇੱਕ ਮਿੰਟ ਮੇਰੀ ਗੱਲ ਸੁਣੋ ਮੈਂ ਡਿਊਟੀ ਤੇ ਮੈਂ ਤੁਹਾਨੂੰ ਕੰਮ ਕਰ ਮੈਂ ਡਿਊਟੀ ਮੈਂ ਤੁਹਾਨੂੰ ਜਾਣਦਾ ਸਰ ਮੈਂ ਤਾਂ ਨਹੀਂ ਜਾਣਦਾ ਮੇਰੇ ਡੀਐਸਪੀ ਖੜੇ ਨੇ ਮੈਨੂੰ ਆਈ ਕਾਰਡ ਦਿਖਾ ਦਿਓ ਸਰ ਸਾਹਿਬ ਕਹਿੰਦੇ ਬਿਲਕੁਲ ਨਹੀਂ ਆਉਣਾ ਇੱਥੇ ਲਿਆਓ ਬਿਲਕੁਲ ਨਹੀਂ ਜਾਣਾ ਐਸਐਸਪੀ ਸਾਹਿਬ ਕੋਲ ਕਿਵੇਂ ਲੈ ਜਾਓਗੇ ਚੱਕ ਕੇ ਧੱਕੇ ਨਾਲ ਤੁਸੀਂ ਉਹ ਸਰ ਅਸੀਂ ਚੱਕਰ ਥੋੜਾ ਆਏ ਆ ਫਿਰ ਸੰਬੰਧ ਦਿਖਾਓ ਇੰਸਪੈਕਟਰ ਨਾਲ ਗਏ ਅਭੀ ਸਾਰਾ ਕਿਉਂ ਆਈਏ ਤੁਹਾਡੇ ਨੌਕਰ ਆ ਅਸੀਂ ਨਾ ਤੁਸੀਂ ਵਾਰੰਟ ਦਿਖਾ ਦਿਓ ਫਿਰ ਕੇ ਨਾਲ ਲਾਵਾਂ ਆਪਣੀ ਮਰਜ਼ੀ ਨਾਲ ਆਵਾਂਗੇ ਇਹ ਤਾਂ ਤੁਹਾਡੀ ਗੱਡੀ 'ਚ ਬਹਿ ਕੇ ਚੱਲਾਂਗੇ ਜੇ ਵਾਰੰਟ ਹੈਗੇ ਆ ਕਿ ਤੁਹਾਡੀ ਗੱਡੀ 'ਚ ਬਹਿ ਜਾਣੇ ਛੱਡੋ ਯਾਰ ਕਾਗਜ਼ ਦਿਖਾਓ ਐਫਆਈਆਰ ਦਿਖਾ ਦਿੰਦੇ ਆ ਚਲੋ ਓਏ ਆਓ ਨਾਲ ਲਾਓ ਤੁਸੀਂ ਆਓ ਗੱਡੀ ਲਾਓ ਨਾਲ ਆਓ ਅਸੀਂ ਡਰਦਾ ਨਹੀਂ ਯਾਰ ਅਸੀਂ ਨਾ ਉੱਥੇ ਚੱਲਾਂਗੇ ਤੁਹਾਡੇ ਨਾਲ ਓਏ ਆਓ ਨਾਲ ਚੱਲਦੀਆਂ ਆਓ ਤੁਸੀਂ ਨਾਲ ਚੱਲੋ ਐਮਪੀ ਹੋਗੇ ਉਹ ਤੁਹਾਡਾ ਕੰਮ ਹੈ ਡਿਊਟੀ ਦੇ ਕੇ ਰਹਿ ਸਕਦੇ ਗੱਲ ਕਰਨੀ ਮੇਰੇ ਨਾਲ ਡਿਊਟੀ ਕੋਈ ਵੀ ਫਿਰ ਦਿਖਾਓ ਇਹੀ ਤਾਂ ਕਹਿੰਦੇ ਵੀ ਤੁਸੀਂ ਨਜਾਇਜ਼ ਆਏ ਹੋ ਮੈਂ ਡਿਊਟੀ 'ਚ ਬਗੈਰ ਪਾਉਂਦਾ ਹੀ ਨਹੀਂ ਮੈਂ ਕਹਿੰਦਾ ਕਾਗਜ਼ ਦਿਖਾਓ ਤੁਸੀਂ
ਕਾਕਾ ਜੇ ਇਹ ਗੱਲ ਆ ਪਾ ਕੇ ਦਿਖਾਓ ਨਹੀਂ ਪਾਉਂਦਾ ਡਿਊਟੀ ਤੇ ਜਦੋਂ ਦਿਖਾ ਦੋਗੇ ਮੈਂ ਕਹੂੰਗਾ ਲੈ ਜਾਓ ਡਿਊਟੀ ਤੇ ਕਿਹਨੇ ਪਾਉਂਦੀ ਮੈਨੂੰ ਦੱਸਦੇ ਹੋ ਤੁਸੀਂ ਚੋਰ ਹੋ ਚੋਰ ਤੇ ਚੋਰੀ ਨਾਲ ਚੱਕਣ ਆਏ ਹੋ ਤੁਸੀਂ ਸੌਰੀ ਕਾਹਦੀ ਸੌਰੀ ਕਾਗਜ਼ ਦਿਖਾਓ ਤੁਸੀਂ ਚੋਰ ਹੋ ਆਪਣੀ ਕਿਉਂ ਕਿਵੇਂ ਰੋਕ ਦੋਗੇ ਆ ਬਣਾ ਧੱਕੇ ਨਾਲ ਰੋਕ ਰਿਹਾ ਦੇਖੋ ਕੋਈ ਕਾਗਜ਼ ਨਹੀਂ ਧੱਕੇ ਨਾਲ ਰੋਕ ਰਹੇ ਆ ਫਿਰ ਅਸੀਂ ਹੱਥੋਂ ਪਾਈ ਕਰਾਂਗੇ ਤੁਹਾਡੇ ਨਾਲ ਨਹੀਂ ਜਾਂਦੇ ਭਾਈ ਆਪਣੀ ਮਰਜ਼ੀ